आज आपकी मुलाकात करवाएंगे एजाज सियाल के साथ, जिनका एक मशहूर गाना नक दा कोका जो कि मलकू साहब ने गाया है। सुनने में आ रहा है कि मलकू साहब से कुछ नाराज नजर आ रहे हैं, हकीकत क्या है आइए इन्हीं से जान। नहीं जी, ਉਹਦੀ ਕੋਈ ਵਜ੍ਹਾ ਨਹੀਂ ਹੈ। ਉਹ ਮਲਕੂ ਸਾਹਿਬ ਦਾ ਆਪਣਾ ਨਸੀਬ ਹੈ, ਮੇਰਾ ਆਪਣਾ ਨਸੀਬ ਹੈ। ਉਹ ਆਪਣੇ ਨਸੀਬ ਦਾ ਖਾ ਰਹੇ ਨੇ। ਮੈਨੂੰ ਅੱਲਾ ਦਾ ਦਿੱਤਾ ਬੜਾ ਕੁਝ ਹੈ, ਮੈਂ ਕਿਸੇ ਕੋਲ ਕਿਸੇ ਚੀਜ਼ ਦਾ ਰਵਾਦਾਰ नहीं। माशाल्लाह जी, आपका गाना देखते ही देखते लाखों लोगों के पास चला गया, मिलियंस में व्यूज आए हैं। कैसे सोच आई कि गाना गाऊं? ਗਾਣਾ ਜੀ ਗਾਣ ਦਾ ਤਾਂ ਸੋਚ ਕੀ ਆਣੀ ਸੀ। ਤੇ ਮੈਂ ਕੋਈ 35 ਸਾਲ ਤੋਂ ਗਾਣੇ ਲਿਖ ਰਿਹਾ ਤੇ ਇੱਕ ਰੂਟੀਨ ਦੀ ਸੋਚ ਸੀ। ਬਸ ਮੈਂ ਲੇਟਿਆ ਸੀ ਤੇ ਇੱਕ ਫਿਕਰਾ ਆਇਆ, ਮੁਖੜਾ ਤਰਾਸਾ ਹੀ ਦਿਲ ਜਾਈਏ ਤੋਂ ਮੈਂ ਉਹਨਾਂ ਨੂੰ ਦਿੱਤੀ ਹੈ ਤੇ ਉਹਨਾਂ ਨੇ ਗਾਇਆ। ਤੋਂ ਅੱਲਾ ਦੀ ਮਿਹਰਬਾਨੀ ਸੀ, ਮਲਕੂ ਸਾਹਿਬ ਤੇ ਅੱਲਾ ਦੀ ਮਿਹਰਬਾਨੀ ਹੋਣੀ ਸੀ, ਉਹਨਾਂ ਤੇ ਹੋ ਗਈ ਤੇ ਨਾਲ ਉਹਨਾਂ ਦੇ ਵਸੀਲੇ ਨਾਲ ਮੇਰਾ ਵੀ ਨਾਂ ਬਣ ਗਿਆ। तो आपका राब्ता किसने करवाया मलकू साहब से? ਰਾਬਤਾ ਉਹਨਾਂ ਦਾ ਜਿਹੜਾ ਪ੍ਰਮੋਸ਼ਨਲ ਮੈਨੇਜਰ ਹੈ ਨਾ, ਕੈਸਰ ਨਦੀਮ ਗੁੱਡੂ, ਉਹ ਮੇਰਾ ਅਜ਼ੀਜ਼ ਹੈ। ਉਹ ਮੇਰੀ ਖੈਰੀਅਤ ਦਰਿਆਫਤ ਕਰਦਾ ਹੈ 15ਵੇਂ ਦਿਨ 10ਵੇਂ ਦਿਨ ਵੀਡੀਓ ਕਾਲ ਕਰ। ਤੇ ਉਸ ਦਿਨ ਵੀ ਉਹਨੇ ਵੀਡੀਓ ਕਾਲ ਕੀਤੀ ਤੇ ਮਲਕੂ ਸਾਹਿਬ ਸਟੂਡੀਓ ਬੈਠੇ ਸਨ। ਉਹਨਾਂ ਨੇ ਕਿਹਾ ਜੀ ਕੋਈ ਮੁਖੜਾ ਕੋ ਸਾਈ ਕੋ ਅੰਤਰਾ। ਮੈਂ ਕਹਿ ਰਿਹਾ ਕਿ ਇਹ ਮੁਖੜਾ ਲੇਕਿਨ ਸਾਡੀ ਜ਼ਬਾਨ ਦਾ ਲੋਕਲ ਦਾ ਹੈ। ਉਹਨਾਂ ਨੂੰ ਮੈਂ ਮੁਖੜਾ ਸੁਣਾਇਆ ਤਾਂ ਉਹਨਾਂ ਨੇ ਕਿਹਾ ਜੀ ਭੇਜ ਦਿਓ। ਮੈਂ ਭੇਜ ਦਿੱਤਾ ਤੇ ਉਹਨਾਂ ਨੇ ਗਾ ਦਿੱਤਾ ਤੇ ਬਸ ਦੇਖਦੇ ਦੇਖਦੇ 6 ਦਿਨ ਦੇ ਅੰਦਰ ਮਿਲੀਅਨ ਕ੍ਰਾਸ ਕਰ ਗਏ। इससे पहले भी आपने कभी मलकू को कोई मुखड़ा दिया हो या कोई गीत दिया हो? ਮਲਕੂ ਸਾਹਿਬ ਮੇਰੇ ਨਾਲ WhatsApp ਤੇ ਹੈ ਨੇ, ਅਕਸਰ ਉਹਨਾਂ ਨਾਲ ਗਾਣੇ। ਇੱਕ ਦਫਾ ਮੈਂ ਇੱਕ ਅਸਾਈ ਉਹਨਾਂ ਨੂੰ ਸੁਣਾਈ ਸੀ ਕਿ ਦਿਲ ਲਾਵਿਆ ਮੇਰੇ ਨਾਲ ਉਹ ਲਾਵਣ ਦਾ ਸ਼ੁਕਰੀਆ, ਫਿਰ ਰੋਂਦਾ ਟੂਰ ਛੋੜ ਟੁਰਿਓ ਟੁਰਾ ਰੁੜਾਵਣ ਦਾ ਸ਼ੁਕਰੀਆ। ਇਹ ਹੈ ਅਲਮੀਆ ਗਾਣਾ। ਮੈਨੂੰ ਕਿਹਾ ਇਹਨੂੰ ਜ਼ਰਾ ਖੁਸ਼ੀ ਚ ਬਦਲ ਦੇ। ਫਿਰ ਉਹ ਨਾ ਮੈਂ ਬਦਲਿਆ ਨਾ ਉਹਨਾਂ ਨੇ ਕੀਤਾ। ਫਿਰ ਉਹ ਇਸ ਤਰ੍ਹਾਂ ਦੀਆਂ ਗੱਲਾਂ WhatsApp ਤੇ ਆਉਂਦੀਆਂ ਰਹਿੰਦੀਆਂ ਸੀ। मलकू के अलावा और कौन कौन से ऐसे सिंगर हैं जिनको आपने अपने गीत दिए? ਮਲਕੂ ਤੋਂ ਇਲਾਵਾ ਜਿਹੜੇ ਸਾਡੇ ਮਕਾਮੀ ਤੇ ਨਹੀਂ, ਉਹ ਵੀ ਇੰਟਰਨੈਸ਼ਨਲ ਨੇ। ਅਤਾਉਲਾ ਸਖੇਲਵੀ, ਮਨਸੂਰ ਮਲੰਗੀ, ਅਲਾ ਦੀ ਤਾਲੂਨੇ ਵਾਲਾ, ਤਾਲਿਬਦਾਰ। ਅੱਛਾ, ਫਿਰ ਉਸ ਤੋਂ ਇਲਾਵਾ ਵੀ ਮੇਰੇ ਵੱਡੇ ਭਾਈ ਟੀਵੀ ਦੇ ਪ੍ਰੋਡਿਊਸਰ ਸੀ ਅਸਲਮ ਖਾਵਰ ਸਿਆਲ, ਤੇ ਅਸੀਂ ਇੱਕ ਪ੍ਰੋਗਰਾਮ ਕਰਦੇ ਸੀ ਖਿਲਰੇ ਮੋਤੀ, ਤੇ ਮੈਂ ਉਹਨਾਂ ਦੇ ਨਾਲ ਕੋਈ 10 ਸਾਲ ਬਤੌਰ ਅਸਿਸਟੈਂਟ ਵੀ ਕੰਮ ਕੀਤਾ ਹੈ। ਤਕਰੀਬਨ ਸਾਰੇ ਗਾਣ ਵਜਾਣ ਵਾਲੇ ਲੋਕ ਜਿਹੜੇ ਮੌਸੀਕੀ ਤੋਂ ਮੁਤਲਕ ਲੋਕ ਮੈਨੂੰ ਜਾਣਦੇ ਨੇ, ਉਹਨਾਂ ਨੇ ਮੇਰਾ ਕਲਾਮ ਗਾਇਆ। मलकू साहब ने आपका लिखा हुआ गीत गाया है, लोगों के अंदर एक नाम बन गया है। इजाज सियाल आज भी वहां पर ही है, इसकी क्या वजह है? ਨਹੀਂ ਜੀ, ਉਹਦੀ ਕੋਈ ਵਜ੍ਹਾ ਨਹੀਂ ਹੈ। ਉਹ ਮਲਕੂ ਸਾਹਿਬ ਦਾ ਆਪਣਾ ਨਸੀਬ ਹੈ, ਮੇਰਾ ਆਪਣਾ ਨਸੀਬ ਹੈ। ਉਹ ਆਪਣੇ ਨਸੀਬ ਦਾ ਖਾ ਰਹੇ ਨੇ। ਮੈਨੂੰ ਅੱਲਾ ਦਾ ਦਿੱਤਾ ਬੜਾ ਕੁਝ ਹੈ, ਮੈਂ ਕਿਸੇ ਕੋਲ ਕਿਸੇ ਚੀਜ਼ ਦਾ ਰਵਾਦਾਰ ਨਹੀਂ। ਤੇ ਮੈਂ ਹਮੇਸ਼ਾ ਇਹ ਚਾਹਨਾ ਕਿ ਅੱਲਾ ਤਾਲਾ ਕਿਸੇ ਨੂੰ ਕਿਸੇ ਦੇ ਮੁਹਤਾਜ ਜਾਂ ਰਵਾਦਾਰ ਨਾ ਕਰੇ। ਜਾਂ ਮੰਗਣ ਵਾਲਾ ਹੱਥ ਹਮੇਸ਼ਾ ਮੰਗਣ ਵਾਲਾ ਰਹਿੰਦਾ। ਤੇ ਤੁਸੀਂ ਮੇਰਾ ਘਰ-ਬਾਰ ਮੇਰੀ ਹਾਲਤ ਵੇਖ ਲਈ ਕਿ ਮੈਂ ਮੰਗਣ ਵਾਲਾ ਤੇ ਮੈਨੂੰ ਤਾਂ ਅੱਲਾ ਦਾ ਦਿੱਤਾ ਬੜਾ ਕੁਝ ਹੈ। ਅੱਲਾ ਨੇ ਬੜਾ ਨਵਾਜ਼ਿਆ ਹੋਇਆ ਮੈਨੂੰ, ਤੇ ਮੈਂ ਕੋਈ ਤਵੱਕੋ ਨਹੀਂ ਰੱਖਦਾ ਮਲਕੂ ਸਾਹਿਬ ਤੋਂ ਜਾਂ ਕਿਸੇ ਦੂਸਰੇ ਫਨਕਾਰ ਤੋਂ। ਮੈਂ ਤਾਂ ਇਹ ਕਹਿੰਦਾ ਸੀ ਕਿ ਮਲਕੂ ਸਾਹਿਬ ਆ ਜਾਂਦੇ, ਮੇਰੇ ਨਾਲ ਹਾਲ ਚਾਲ ਵੰਡ ਲੈਂਦੇ ਤੇ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਕਲਿੱਪ ਲਾ ਦਿੰਦੇ ਕਿ ਜੀ ਆਇਆ ਉਹ ਬੰਦਾ। ਜੇ ਦਾ ਚਲੋ ਮਾਈਏ ਮੇਰੇ ਨਹੀਂ ਮੁਖੜਾ ਕਹਿ ਕੇ ਲਾ ਦਿੰਦੇ, ਚਲੋ ਉਹਦੀ ਹੋਰ ਜ਼ਿਆਦਾ ਇੱਜ਼ਤ ਬਣ ਜਾਣੀ ਸੀ। तो मलकू साहब ने दोबारा आपसे रब्ता नहीं किया? ਰਾਤ ਉਹਨਾਂ ਨੇ 7 ਤਰੀਕ ਨੂੰ ਮੇਰੇ ਨਾਲ ਗੁੱਡੂ ਨੇ ਤੇ ਮੇਰੇ ਨਾਲ ਉਹਨਾਂ ਨੇ ਜੁਆਇੰਟ ਕਾਲ ਕੀਤੀ ਸੀ ਤੇ ਕਹਿੰਦੇ ਜੀ ਅਸੀਂ ਆਵਾਂਗੇ, ਤੁਸੀਂ ਐਵੇਂ ਗੱਲਾਂ ਕਰਦੇ ਹੋ, ਨਾਰਾਜ਼ ਹੋ। ਮੈਂ ਕਿਹਾ ਮੈਂ ਤੁਹਾਡੇ ਤੇ ਕੋਈ ਨਾ। ਕਹਿੰਦੇ ਵੀ ਤੁਸੀਂ ਆ ਜਾਓ। ਮੈਂ ਕਿਹਾ ਮੈਂ ਤਾਂ ਜੇ ਆ ਨਹੀਂ ਸਕਦਾ, ਮੈਂ ਤਾਂ ਮੌਸਮ ਠੀਕ ਹੋਏਗਾ ਤਾਂ ਆਵਾਂ। ਉਹਨੇ ਕਿਹਾ ਜੀ ਅਸੀਂ ਚੱਕਰ ਲਾਣੇ। ਕੱਲ ਮੈਂ ਬੇਟੇ ਨੂੰ ਕਿਹਾ ਸੀ ਵੀ ਉੱਥੇ ਚੱਕਰ ਲਾ ਲਓ, ਬੇਟੇ ਮੇਰੇ ਦੋਨੇ ਲਾਹ ਰਹਿੰਦੇ ਨੇ। ਤਾਂ ਫਿਰ ਤੁਹਾਨੂੰ ਪਤਾ ਤੁਹਾਡੇ ਵਰਗੇ ਮੁੰਡੇ ਖੁੰਡੇ ਅੱਜ ਕੱਲ ਕਿੱਥੇ ਕਿਸੇ ਦੀ ਮੰਨਦੇ ਨੇ, ਉਹ ਗਏ ਹੀ ਨਹੀਂ। सही हो गया। अच्छा, सुनने में आ रहा है कि एजाज सियाल साहब मलकू से नाराज हैं, तो नाराजगी की यही वजह है बस कि वो आपसे मिलने नहीं आ रहे? ਹਾਂ ਨਹੀਂ ਜੀ, ਅੱਲਾ ਨਾ ਕਰੇ ਮੈਂ ਉਹਦੇ ਤੋਂ ਕਾਹਦਾ ਨਾਰਾਜ਼ ਹੋਣਾ, ਤੇ ਮੈਂ ਨਾਰਾਜ਼ ਹੋ ਕੇ ਉਹਦਾ ਕੀ ਕਰ ਲੈਣਾ। ਉਹ ਹਾਜੀ ਮਨਸੂਰ ਅਲੀ ਮਲੰਗੀ ਸਾਹਿਬ ਇੱਕ ਸਿੰਗਰ ਸੀ, ਉਹ ਮੈਨੂੰ ਇੱਕ ਗੱਲ ਕਰਦੇ ਹੁੰਦੇ ਸੀ। ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਤੇ ਮੈਂ ਗਿਆ ਤੇ ਸ਼ਾਮ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵਾਪਸ ਜਾਣਾ, ਮੇਰੀ ਡਿਊਟੀ ਹੈ, ਐਮਰਜੈਂਸੀ ਮੈਂ ਹਸਪੀਟਲ ਹੀ ਮੁਲਾਜ਼ਮ। ਉਹਨੇ ਕਿਹਾ ਯਾਰ ਸ਼ਫਾਉल्ला ਰੋਖੜੀ ਨੇ ਆਣਾ। ਮੈਂ ਕਿਹਾ ਯਾਰ ਮੇਰਾ ਸ਼ਫਾਉल्ला ਵੀ ਤੂੰ ਹੈ ਤੇ ਸਾਰਾ ਕੁਝ ਤੂੰ ਹੈ। ਉਸ ਕੇ ਪਾਗਲ ਆਦਮੀ, ਇੱਕ ਮੇਰੀ ਗੱਲ ਯਾਦ ਰੱਖੀ, ਜਿਹਨੂੰ ਅੱਲਾ ਇੱਜ਼ਤ ਦੇਵੇ ਨਾ ਉਹਦੀ ਇੱਜ਼ਤ ਕਰਨੀ ਚਾਹੀਦੀ। ਤੇ ਮਲਕੂ ਨੂੰ ਕਮਲਿਓ ਅੱਲਾ ਨੇ ਇੱਜ਼ਤ ਦੇ ਦਿੱਤੀ, ਮੈਂ ਕੌਣ ਉਹਨਾਂ ਦੇਣ ਵਾਲਾ ਜਾਂ ਘਟਾਉਣ ਵਾਲਾ ਜਾਂ ਗੱਲ ਕਰਨ ਵਾਲਾ। अच्छा, मुझे बताइएगा कि नकदा कोका के अंदर वो एक फिक्र है जो इमरान खान के लिए कैदी 804, वो भी उसने खुद ऐड किया या आपने ऐड कर दिया? ਕਿਸੇ ਦੇ ਖਾਤੇ ਮਾਇਆ ਤਾਂ ਪੈਂਦਾ ਹੀ ਨਹੀਂ ਕਿ ਮਾਇਆ ਇੱਕ ਫਿਕਰਾ ਹੁੰਦਾ। ਦੋ, ਇੱਕ ਪਹਿਲੀ ਲਾਈਨ ਛੋਟੀ ਹੁੰਦੀ, ਦੂਸਰੀ ਲਾਈਨ ਵੱਡੀ ਹੁੰਦੀ। ਮਲਕੂ ਸਾਹਿਬ ਨੇ ਉਸ ਤੋਂ ਬਾਅਦ 2 ਮੁਰਸ਼ਿਦ ਦਾ ਆਈਟਮ ਕੀਤਾ, 2 ਕੀਤਾ, ਲੇਕਿਨ ਗੱਲ ਉੱਥੇ ਹੀ ਖੜੀ ਹੈ, ਨੱਕ ਦਾ ਕੋਕਾ ਡੱਠਾ ਰਤੋਕਾ। ਅਗਰ ਉਹਦੇ ਬਗੈਰ ਕੰਮ ਚੱਲ ਸਕਦਾ ਸੀ ਤਾਂ ਮਾਈਏ ਕਹੀ ਜਾਣ। ਤੇ ਫਿਰ ਮਲਕੂ 20 ਸਾਲ ਤੋਂ ਮਾਈਏ ਕਹੀ ਜਾ ਰਹੇ ਸੀ, ਫਿਰ ਨੱਕ ਦਾ ਕੋਕਾ ਨਾ ਕਹਿਣ ਤੇ ਮਾਈਏ ਕਹੀ ਜਾਣ। तो ये आपने गाने लिखने की शुरुआत कैसे की?
ਇਹ ਸਰ ਮੈਂ 1978 ਦੇ ਵਿੱਚ 8ਵੀਂ ਕਲਾਸ ਪੜ੍ਹਦਾ ਸੀ ਨਾ, ਉਹ ਬਸ ਐਵੇਂ ਹੀ ਅੱਲਾ ਵੱਲੋਂ ਮਨਸੂਰ ਸਾਹਿਬ ਉੱਥੇ ਕਿਸੇ ਸ਼ਾਦੀ ਤੇ ਆਏ ਤੇ ਮੈਂ ਇੱਕ ਸਿਗਰਟ ਦੀ ਐਮਬੈਸੀ ਦੀ ਡੱਬੀ ਤੇ ਇੱਕ ਦੋੜਾ ਉਹਨਾਂ ਲਿਖ ਕੇ ਦਿੱਤਾ। ਉਹ ਮੇਰੀ ਬਦਨਸੀਬੀ ਸਮਝ ਲਓ ਕਿ ਉਹਨਾਂ ਨੇ ਉਹ ਪੜ੍ਹ ਦਿੱਤਾ। तो मैं ਸਕੂਲ ਆਇਆ ਤਾਂ ਮੁੰਡੇ ਮੈਨੂੰ ਕਹਿਣ ਲੱਗੇ ਓਏ ਇਹਨੇ ਦੋੜਾ ਲਿਖਿਆ, ਓਏ ਇਹਨੇ ਮਲੰਗੀ ਨੂੰ ਮਿਲਿਆ, ਇਹ ਮਲੰਗੀ ਨੂੰ ਮਿਲਿਆ। ਉਹ ਇਹ ਜਿਹੜੀ ਉਹ ਗੱਲ ਬਣੀ ਨਾ, ਮੈਂ ਕਿ ਯਾਰ ਇਹ ਕੰਮ ਸਭ ਤੋਂ ਆਸਾਨ ਹੈ ਕਿ ਇੱਕ ਦਿਨ ਹੀ ਬੰਦਾ ਜਾਣਨ ਲੱਗ ਗਈ ਦੁਨੀਆ ਸਾਰੀ। ਉਹ ਫਿਰ ਚੱਲ ਸੋ ਚੱਲ सबसे पहला गीत कौन सा लिखा था? ਗਿਆ ਲੁੱਟਿਆ ਸ਼ਹਿਰ ਬੰਬੋਰ, ਉਹਨੂੰ ਸੁੱਤੀ ਨੂੰ ਪੈ ਗਿਆ ਚੋਰ ਤੇ ਲੁੱਟਿਆ ਹੋਤਾ ਨੇ। ਤੇ ਮੈਨੂੰ ਇਹ ਇਜਾਜ਼ ਹਾਸਿਲ ਰਿਹਾ ਹੈ ਕਿ ਮੈਂ ਬਚਪਨ ਤੋਂ ਹੀ ਮੇਰਾ ਪਹਿਲਾ ਜ਼ਿੰਦਗੀ ਦਾ ਲਿਖਿਆ ਹੋਇਆ ਫਿਕਰਾ ਵੀ ਮੈਂ ਹਾਜੀ ਮਨਸੂਰ ਅਲੀ ਮਲੰਗੀ ਨੇ ਗਾਇਆ ਤੇ ਐਂਡ ਤੱਕ ਜਦੋਂ ਤੱਕ ਉਹ ਜ਼ਿੰਦਾ ਰਹੇ ਨੇ ਬੜੀ ਖੁਸ਼ ਦਿਲੀ ਨਾਲ ਮੇਰਾ ਕਲਾਮ ਗਾਉਂਦੇ ਰਹੇ। ਮੇਰੇ ਉਸਤਾਦ ਵੀ ਸ਼ਾਇਰੀ ਚ ਹੋਏ ਨੇ। सबसे पसंदीदा गीत कौन सा रहा है आपका? ਛੱਬਾ ਚੂੜੀਆਂ ਦਾ ਸਿਰ ਤੇ ਮਚਾਇਆ ਵੇ ਕਮਾਈ ਤੇਰੇ ਵਾਸਤੇ। अच्छा, ये गीत आपने ईसा खिलवी साहब को भी दिया था, वो कौन सा गीत था? ਉਹ ਸਰ ਗੀਤ ਸੀ 1986 ਦੀ ਗੱਲ ਹੈ। ਉਹ ਲਾਹੌਰ ਆਉਂਦੇ ਸੀ, ਉਦੋਂ ਇਕੱਲੇ ਆਉਂਦੇ ਸੀ, ਉਹਨਾਂ ਕੋਲ ਕੋਈ ਸੈਕਟਰੀ ਕੋਈ ਨਹੀਂ ਸੀ ਹੁੰਦਾ। ਟੀਵੀ ਤੇ ਦੁਆ ਸਲਾਮ ਹੋਈ, ਮੈਂ ਉੱਥੇ ਜਾਣ ਲੱਗ ਗਿਆ ਤਾਂ ਉਹ ਮੈਂ ਨਾ ਇੱਕ ਦਫਾ ਜੇਬ ਵਿੱਚੋਂ ਕਾਗਜ਼ ਕਾੜ ਕੇ ਜਦੋਂ ਉਹਨਾਂ ਨੇ ਦਿੱਤਾ ਨਾ, ਤਾਂ ਉਹਨਾਂ ਨੇ ਤੁਸੀਂ ਯਕੀਨ ਕਰਨਾ ਵੀ ਉਹਨਾਂ ਦੇ ਚਿਹਰੇ ਦਾ ਰੰਗ ਹੀ ਬਦਲ ਗਿਆ। ਉਹਨਾਂ ਨੇ ਕਿਹਾ ਜੀ ਮੇਰੇ ਆਪਣੇ ਸ਼ਾਇਰ ਨੇ ਤੇ ਤੁਸੀਂ ਇਹ ਕੀ ਕਰਨ ਲੱਗੇ ਹੋ? ਮੈਂ ਕਿਹਾ ਯਾਰ ਤੂੰ ਕਿਉਂ ਡਰ ਗਿਆ? ਉਸ ਵਕਤ ਮੇਰੀ ਉਮਰ 22 ਸਾਲ ਸੀ। ਤੁਸੀਂ ਅੰਦਾਜ਼ਾ ਲਾ ਲਓ ਕਿ ਈਸਾ ਖੇਲਵੀ ਤੇ ਮੈਂ ਕਿਹਾ ਜੀ ਤੁਸੀਂ ਰੱਖ ਲਓ, ਚੰਗਾ ਲੱਗੇ ਤਾਂ ਠੀਕ ਹੈ, ਨਹੀਂ ਤੇ ਪਾੜ ਕੇ ਸੁੱਟ ਦੇਣਾ। ਮੈਂ ਕੱਲ ਪਰਸੋਂ ਫਿਰ ਚੱਕਰ ਲਾ ਲਾਂ। ਤੇ ਬਸ ਫਿਰ ਮੈਂ ਤੇ ਆ ਗਿਆ ਤੇ ਉਹਨਾਂ ਨੇ ਫਿਰ ਉਹ ਗਾਇਆ ਸੋਨੇ ਕਾਲਿਆਂ ਦਾ 1 ਨੰਬਰ ਤੇ ਉਹ ਕੋਈ 5 ਲੱਖ ਕੇਸਟ ਉਹਦਾ ਵੇਚ ਗਿਆ ਤੇ ਮਸ਼ਹੂਰ ਹੋ ਗਿਆ ਉਹ ਵੀ ਤੇ ਮੈਂ ਵੀ। अच्छा, बहुत से नाजरीन हमारे पूछते हैं जो गीत लिखता है उसे पैसे मिलते हैं, सिंगर उसे पैसे देता है, या कह लें कि मलकू को आपने गीत दिया, उसने आपको क्या पे किया? ਵੇਖੋ ਜੀ ਗੱਲ ਇਹ ਜੇ ਮਲਕੂ ਸਾਹਿਬ ਤੇ ਮੈਨੂੰ ਤਾਂ ਪੈਸੇ ਦੇਣ ਜਾਂ ਮੈਂ ਉਹਨਾਂ ਕੋਲ ਮੰਗਾ, ਜੇ ਕਦੀ ਵੀ ਜ਼ਿੰਦਗੀ ਵਿੱਚ ਜਦੋਂ ਤਾਂ ਮੈਂ ਹੋਸ਼ ਸੰਭਾਲਿਆ ਕਿਸੇ ਸਿੰਗਰ ਨੇ ਕਿਸੇ ਨੂੰ ਪੈਸੇ ਦਿੱਤੇ ਹੋਣ ਤਾਂ ਇਹ ਦੁਨੀਆ ਦਾ ਵਾਹਿਦ ਕੰਮ ਹੈ। ਤੁਸੀਂ ਅੱਜ ਚਾਹ ਦਾ ਕੱਪ ਜਿਹੜਾ ਹੈ ਨਾ, ਉਹ ਮੇਰੇ ਖਿਆਲ ਪਤਾ ਨਹੀਂ, ਮੈਨੂੰ ਤਾਂ ਬੜਾ ਅਰਸਾ ਹੋ ਗਿਆ ਖਰੀਦ ਕੇ ਚਾਹ ਪੀਤੀ ਨੂੰ। ਮੇਰੇ ਖਿਆਲ ਪਤਾ ਨਹੀਂ ਕਿੰਨੇ ਦਾ ਕੱਪ ਚਾਹ ਦਾ। ਤੁਸੀਂ 50-60 रुपए का अमूमन मिल जाता है। 50-60 ਰੁਪਏ ਦਾ ਤੁਹਾਨੂੰ ਚਾਹ ਦਾ ਕੱਪ 50 ਦਾ ਲੈਣਾ ਪਏਗਾ। ਲੇਕਿਨ ਤੁਸੀਂ ਇੱਕ ਗਾਣਾ ਲੈਣਾ ਚਾਹੋ ਤਾਂ ਮੈਂ ਤੁਹਾਨੂੰ ਫੋਨ ਤੇ ਹੁਣੇ 100 ਗਾਣਾ ਮੁਫਤ ਮੰਗਵਾ ਦੇਣਾ। ਸ਼ਾਇਰੀ ਦੀ ਇਹ ਕਦਰ ਹੈ ਕਿ ਸ਼ਾਇਰ ਵਿਚਾਰਾ ਲਿਖ ਕੇ ਟੁਰਿਆ ਫਿਰਦਾ ਕਿ ਕੋਈ ਗਵਈਆ ਮੇਰਾ ਗਾਣਾ ਗਾ। ਤੇ ਮੈਂ ਖੁਦ ਇੱਥੇ ਐਸੇ ਲੋਕਾਂ ਨੂੰ ਜਾਣਨਾ, ਐਸੇ ਸ਼ਾਇਰਾਂ ਨੂੰ ਜਾਣਨਾ ਜਿਹੜੇ ਪੈਸੇ ਦੇ ਰਹੇ ਨੇ, ਵੀਡੀਓ ਬਣਵਾ ਰਹੇ ਨੇ, ਰਿਕਾਰਡਿੰਗ ਕਰਵਾ ਰਹੇ ਨੇ, ਰਿਲੀਜ਼ ਕਰਵਾ ਰਹੇ ਨੇ ਕਿ ਸਾਡਾ ਨਾਂ ਬਣ ਜਾਏ। ਸ਼ਾਇਰੀ ਦਾ ਤਾਂ ਇਹ ਮਿਆਰ ਰਹਿ ਗਿਆ ਤੇ ਸਾਨੂੰ ਫਿਰ ਪੈਸੇ ਮੰਗਣੇ ਕਾਹਨੇ ਕਿਹਨੇ ਨੇ ਤੇ ਦੇਣੇ ਕਿਹਨੇ। यानी शायरी से आपने कुछ नहीं कमाया? ਨਹੀਂ ਅੱਲਾ ਨਾ ਕਰੇ। 54 ਸਾਲ ਮੇਰੀ ਉਮਰ ਹੋ ਗਈ, 54 ਈਅਰ ਦਾ ਮੈਂ ਹੋ ਗਿਆ ਤੇ 1 ਰੁਪਇਆ ਵੀ ਖੰਜ਼ੀਰ ਦਾ ਗੋਸ਼ਤ ਖਾਦਾ ਹੋਵੇ ਕਿਸੇ ਸਿੰਗਰ ਕੋਲ ਪੈਸੇ ਲੈ ਕੇ ਗਾਣੇ ਦੇ ਲੈ। कभी किसी सिंगर ने भी राब्ता नहीं किया कि आपका लिखा हुआ गीत बड़ा फेमस हो गया, हमसे कुछ गिफ्ट ले लें? ਨਹੀਂ ਮੇਰਾ ਤਾਂ ਖਿਆਲ ਨਹੀਂ। ਉਹ ਬਸ ਹੈ ਮੁਲਾਕਾਤ ਹੋ ਜਾਂਦੀ ਹੈ, ਉਹਨਾਂ ਕੋਲ ਚਲੇ ਜਾਈਦਾ, ਰਿਸਪੈਕਟ ਕਰ ਦਿੰਦੇ ਨੇ, ਅੱਛਾ ਖਾਣਾ ਖਿਲਾ ਦਿੱਤਾ, ਚਾਹ ਪਿਲਾ ਦਿੱਤੀ। ਰਿਸਪੈਕਟ ਹੀ ਸਾਡਾ ਮੁਆਵਜ਼ਾ ਹੈ। ਇੱਕ ਫਨਕਾਰ ਹੈ, ਬਹੁਤ ਬੜਾ ਨਾਂ ਹੈ ਮਲਕੂ ਸਾਹਿਬ ਦਾ ਹੈ, ਮਨਸੂਰ ਅਲੀ ਮਲੰਗੀ ਸਾਹਿਬ ਨੇ, ਅਤਾਉਲਾ ਈਸਾ ਖੇਲਵੀ ਨੇ। ਅਸੀਂ ਇਸ ਗੱਲ ਨੂੰ ਫਖਰ ਸਮਝਦੇ ਹਾਂ ਕਿ ਮਨਸੂਰ ਅਲੀ ਮਲੰਗੀ ਸੀ, ਅਤਾਉਲਾ ਨੂੰ ਕਰੋੜਾਂ ਲੋਕ ਜਾਣਦੇ ਨੇ। ਮੇਰੇ ਵਾਸਤੇ ਇਹ ਫਖਰ ਹੈ ਕਿ ਅਤਾਉਲਾ ਮੈਨੂੰ ਜਾਣਦਾ। ਬਸ ਇਹੀ ਸਾਡਾ ਮੁਆਵਜ਼ਾ ਤੇ ਇਹੀ ਸਾਡਾ ਕੁਛ। इस गीत के अलावा उसके बाद नकदा कोका के बाद और कौन सा गीत गाया आपने? ਨਹੀਂ ਅਜੇ ਤੇ ਇਹਨੂੰ 2-3 ਮਹੀਨਾ, ਮੇਰੇ ਖਿਆਲ 1.5 ਮਹੀਨਾ ਹੋਇਆ ਤੇ ਹੋਰ ਮੈਂ ਗਾਣੇ ਇਨਸ਼ਾਅੱਲਾ ਤੁਹਾਨੂੰ ਬੜੀ ਅੱਛੀ ਬਹੁਤ ਜਲਦ ਇੱਕ ਅੱਛੇ ਗਾਣੇ 2 ਸੁਣਨ ਨੂੰ ਮਿਲਣਗੇ। हमारे नाजरीन को भी कुछ गुनगुना कर सुना दीजिएगा, उन्हें पता लगे कि नकदा कोका लिखने वाला जो इंसान है किन सलाहियतों का मालिक है। ਲੇਕਿਨ ਮੈਂ ਜਿਹੜਾ ਗਾਣਾ ਲਿਖਣਾ ਨਾ, ਮੈਂ ਉਸ ਦੀ ਨਾ ਤਰਜ਼ ਆਪਣੇ ਜ਼ਿਹਨ 'ਚ ਤਖਲੀਕ ਕਰ ਲੈਂਦਾ ਹੁੰਦਾ, ਉਹ ਮੈਂ ਆਪ ਬਣਾ ਦਿੰਦਾ ਹੁੰਦਾ। ਅੱਗੇ ਉਹਨੂੰ ਗੁਲੂਕਾਰ ਚੇਂਜ ਕਰ ਲਵੇ ਉਹਦੇ ਤੇ ਵੀ ਮੈਨੂੰ ਕੋਈ ਇਤਰਾਜ਼ ਨਹੀਂ। ਤੋ ਇੱਕ ਮੇਰਾ ਆਪਣਾ ਹੈ, ਮੈਂ ਤੁਹਾਨੂੰ ਉਹ ਮੈਨੂੰ ਗੀਤ ਬਹੁਤ ਪਸੰਦ ਹੈ, ਮੈਂ ਉਹਦੀ ਤਰਜ਼ ਵੀ ਆਪ ਬਣਾਈ, ਮੈਂ ਤੁਹਾਨੂੰ ਸੁਣਾ ਦੇਣਾ। ਤੇਰੇ ਮੇਰੇ ਪਿਆਰ ਦੀ ਤੇ ਹਦਮ ਹੁੱਕ ਚੱਲੀਏ, ਤੇਰੇ ਮੇਰੇ ਪਿਆਰ ਦੀ ਤੇ ਹਦਮ ਹੁੱਕ ਚੱਲੀਏ, ਤੇਰੇ ਪਿੱਛੇ ਲੋਕੀ ਮੈਨੂੰ ਆਖਦੇ ਨੇ ਜੱਲੀਏ, ਤੇਰੇ ਮੇਰੇ ਪਿਆਰ ਦੀ ਤੇ ਹਦਮ ਹੁੱਕ ਚੱਲੀਏ, ਮਹਿੰਦੀਆਂ ਨਾ ਲਾਵਾਂ ਨਾਲੇ ਚੂੜੀਆਂ ਨਾ ਪਾਵਾਂ, ਮੈਂ ਸਾਰਾ ਦਿਨ ਰਾਵਾਂ ਵਿੱਚ ਅੱਖੀਆਂ ਵਿਛਾਵਾਂ ਮੈਂ, ਤੂੰ ਤੇ ਕਦੀ ਖੈਰ ਦੀ ਕੋਈ ਚਿੱਠੀ ਵੀ ਨਾ ਘੱਲੀਏ, ਤੂੰ ਤੇ ਕਦੀ ਖੈਰ ਦੀ ਕੋਈ ਚਿੱਠੀ ਵੀ ਨਾ ਘੱਲੀਏ, ਤੇਰੇ ਪਿੱਛੇ ਲੋਕੀ ਮੈਨੂੰ ਆਖਦੇ ਨੇ ਜੱਲੀਏ, ਤੇਰੇ ਮੇਰੇ ਪਿਆਰ ਦੀ ਤੇ।
मुक चली। माशाल्लाह बड़ी ही प्यारी आवाज है, खुद क्यों नहीं गीत गाते? ਪਤਾ ਕੀ ਗੱਲ ਹੈ, ਉਹ ਮੇਰੇ ਵਾਲਿਦ ਸਾਹਿਬ ਜਿਹੜੇ ਨਾ ਐਮਈਐਸ ਦੇ ਠੇਕੇਦਾਰ ਸੀ, ਮਿਲਟਰੀ ਇੰਜੀਨੀਅਰਿੰਗ ਸਰਵਿਸ ਦੇ। ਤੇ ਉਹ ਚੂੰਕਿ ਫੌਜੀਆਂ ਨਾਲ ਉਹਨਾਂ ਦਾ ਹੈ ਸੀ, ਤੇ ਉਹ ਬੜੇ ਜ਼ਰਾ ਸਖਤ ਕਿਸਮ ਦੇ ਸੀ। ਤੇ ਨਾਲ ਮੇਰੇ ਅੜੋਸ ਪੜੋਸ ਜਿੱਥੇ ਮੈਂ ਰਹਿੰਦਾ ਸੀ ਨੇ ਪਿੰਡ ਥਾ, ਉੱਥੇ ਕੋਈ ਗਾਣ ਵਾਲਾ ਕੋਈ ਨਹੀਂ ਸੀ, ਨਹੀਂ ਤੇ ਮੈਂ ਜ਼ਰੂਰ ਗਾ ਲੈਂਦਾ। कभी वाला साहब से मार भी पड़ी थी कि ये किन कामों में लगे हुए हैं? ਮਾਰ ਇੱਕ ਦਫਾ ਅੱਲਾ ਨੂੰ ਜੰਨਤ ਦੀ ਜਗ੍ਹਾ ਦੇਵੇ, ਤੇ ਇਹ ਤਾਂ ਮੈਂ 10ਵੀਂ ਕਲਾਸ ਜਦੋਂ ਪੜ੍ਹਦਾ ਸੀ ਉਦੋਂ ਤੱਕ ਤਾਂ ਰੋਜ਼ਾਨਾ ਹੀ ਅਲਹਮਦੁਲਿਲਾ ਹੋ ਜਾਂਦੀ ਸੀ। इसी वजह से, शायरी की वजह से पड़ती थी। ਉਹ ਦੋਵੇਂ ਗੱਲਾਂ, ਮੈਂ ਜ਼ਰਾ ਇੱਕ ਹੁਸਨ ਪ੍ਰਸਤ ਜਿਹਾ ਬੰਦਾ ਸੀ ਅਸਲ ਮੇਨ। ਉਹ ਮੇਰੀ ਜਦੋਂ ਕੋਈ ਸ਼ਿਕਾਇਤ ਆਉਂਦੀ ਸੀ ਨਾ, ਤੇ ਉਹ ਮੈਨੂੰ ਵਾਲੇ ਸਾਹਿਬ ਦੀ ਅਦਾ ਬੜੀ ਪਿਆਰੀ ਲੱਗਦੀ ਸੀ। ਵੀ ਘਰ ਸਾਡਾ 2 ਕਨਾਲ ਵਿੱਚ ਹਵੇਲੀ ਸੀ, ਤੇ ਉਹਨਾਂ ਨੇ 1978 ਵਿੱਚ ਉਹਦੇ ਵਿੱਚ ਕੋਠੀ ਪਾਈ ਸੀ 9 ਕਮਰਿਆਂ ਦੀ। ਤੇ ਉਹ ਫਿਰ ਉਹ ਘਰ ਦੇ ਬੈਠੇ ਹੁੰਦੇ ਸੀ, ਮੇਰਾ ਇੱਕ ਚਾਚੇ ਸੀ ਉਹ ਬੈਠਾ ਹੋਵੇ, ਜਾਂ ਮੇਰੀ ਵਾਲਦਾ ਬੈਠੀ ਹੁੰਦੀ ਸੀ, ਜਾਂ ਮੇਰੀ ਕੋਈ ਫੂਫੀ ਬੈਠੀ, ਤਾਂ ਮੇਰੇ ਵਾਲਿਦ ਸਾਹਿਬ ਨੇ ਮੈਨੂੰ ਕਹਿਣਾ ਜ਼ਰਾ ਇੱਧਰ ਆ ਕੇ ਗੱਲ ਸੁਣੀ। ਉਹ ਨਾਲ 3 ਕਮਰੇ ਬਣਾਏ ਸੀ ਅੱਗ ਬਾਲਣ ਵਾਲੇ, ਉਹ ਕੋਠੀ ਤੋਂ ਇਲਾਵਾ ਕੱਚੇ ਕਮਰੇ ਅੱਗ ਬਾਲਣ। ਉਹ ਫਿਰ ਮੈਂ ਸਮਝ ਜਾਂਦਾ ਸੀ ਕਿ ਵੀ ਉਹ ਮੈਨੂੰ ਅੰਦਰ ਬੁਲਾ, ਮੈਂ ਵੀ ਗੱਲ ਸੁਣ, ਉਹਦਾ ਮਤਲਬ ਇਹ ਸੀ, ਮੈਨੂੰ ਪਤਾ ਲੱਗਦਾ ਸੀ ਕਿ ਮੇਰੀ ਕੰਪਲੇਂਟ ਹੈ। ਉਹ ਫਿਰ ਉੱਥੇ ਚੁਪਕੇ ਨਾਲ ਮੈਨੂੰ ਸਜ਼ਾ ਮਿਲ ਜਾਂਦੀ ਸੀ, ਤੇ ਮੈਂ ਹੰਝੂ ਪੂਜਦਾ ਹੋਇਆ ਬਾਹਰ ਆ ਜਾਂਦਾ ਸੀ। ਲੇਕਿਨ ਉਹ ਮੈਂ ਸੋਚਦਾ ਸੀ ਕਿ ਉਹ ਉਸ ਵੇਲੇ ਉਹ ਠੀਕ ਸੀ ਤੇ ਮੈਂ ਗਲਤ ਸੀ। ਹੁਣ ਮੇਰੀ ਆਪਣੀ ਔਲਾਦ ਹੋਈ ਹੈ ਨਾ, ਤੇ ਮੈਨੂੰ ਅਹਿਸਾਸ ਹੋਇਆ ਕਿ ਵਾਲदैन कभी भी गलत नहीं होते, औलाद हमेशा गलत होती। बिल्कुल जी। लास्ट में हमारे देखने वालों के लिए क्या पैगाम देना चाहेंगे? मेरा पैगाम है कि बेटा तुसी सफ़र करके आए, अल्लाह तुहानू सलामत रखे, अल्लाह तुहानू खुशी नसीब फरमाए। ते मेरा पैगाम मोहब्बत है जहाँ तक पहुँचे। बहुत शुक्रिया जी। तो नाज़रीन, इजाज़ सियाल साहब हमारे साथ मौजूद थे, बहुत ही प्यारी बातें की इन्होंने, इनका गीत भी सुना, बाकी क्या कमा रहे हैं वो भी उन्होंने बताया। अल्लाह ताला इन्हें सेहत और तंदरुस्ती अता फरमाए। इंशाल्लाह नई वीडियो के साथ दोबारा हाजिर होंगे। अल्लाह हाफिज़।